ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾਂ। ਦਿਨ ਰੈਣ ਇਕ ਓੰਕਾਰ, ਸਤਿਗੁਰ ਪ੍ਰਸਾਦ। ਜੀ ਕੀ ਬਿਰਥਾ ਸੋ ਸੁਣੇ, ਹਰ ਸਮਰੱਥ ਪੁਰਖ ਅਪਾਰ। ਮਰਨ ਜੀਵਨ ਆਰਾਧਨਾ, ਸਭਨਾ ਕਾ ਆਧਾਰ। ਜੀ ਕੀ ਬਿਰਥਾ ਸੋ ਸੁਣੇ, ਹਰ ਸਮਰੱਥ ਪੁਰਖ ਅਪਾਰ। ਮਰਨ ਜੀਵਨ ਆਰਾਧਨਾ, ਸਭਨਾ ਕਾ ਆਧਾਰ। ਸਸਰੈ ਪਈਐ ਕਿਸ ਕੰਤ ਕੀ, ਵੱਡਾ ਜਿਸ ਪਰਵਾਰ। ਊਚਾ ਅਗਮ ਅਗਾਧ ਬੋਧ, ਕਿਛ ਅੰਤ ਨ ਪਾਰਾਵਾਰ। ਸੇਵਾ ਸਾ ਕਿਸ ਭਾਵ ਸੇ, ਸੰਤਾਂ ਕੀ ਹੋਏ ਸ਼ਾਰ। ਦੀਨਾਨਾਥ ਦਇਆਲ ਦੇਵ, ਪਤਿਤ ਉਦਾਹਰਨ ਹਾਰ। ਆਦਿ ਜੁਗਾਦੀ ਰਖਦਾ, ਸਚ ਨਾਮ ਕਰਤਾਰ। ਕੀਮਤ ਕੋਈ ਨਾ ਜਾਣਈ, ਕੋ ਨਾਹੀ ਤੋਲਣ ਹਾਰ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸੁਮਾਰ। ਦਿਨ ਰੈਣ ਜੇ ਪ੍ਰਭ ਕੋ ਸੇਵੰਦੇ, ਤਿਨ ਕੈ ਸਦ ਬਲਹਾਰ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸੁਮਾਰ। ਦਿਨ ਰੈਣ ਜੇ ਪ੍ਰਭ ਕੋ ਸੇਵੰਦੇ, ਤਿਨ ਕੈ ਸਦ ਬਲਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਵਡ ਭਾਗੇ ਹੋ ਜੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਨਾਨਕ ਦੇਵ ਸਾਹਿਬ ਦੀ ਯਾਤਰਾ ਕਰਦੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਡੋਲੀ ਅੰਦਰ ਆਪਣਾ ਜੋਨ ਸਮੂਹ ਬਣਾ ਰਹੇ ਹੋ। ਬਹੁਤ ਹੀ ਸਤਿਕਾਰਯੋਗ ਭਾਈ ਸਤਪਾਲ ਸਿੰਘ ਜੀ, ਇਹਨਾਂ ਦੇ ਜੱਥੇ ਪਾਸੋਂ ਆਸਥਾ ਕੀ ਆਵਾਜ਼ ਦੇ ਗੀਤ ਆਪ ਜੀ ਨੇ ਸਥਾਪਨ ਕੀਤੇ ਨੇ। ਹੁਣ ਸਮਾਂ ਹੋ ਰਿਹਾ ਕਥਾ ਦੀ ਵਿਚਾਰ ਦਾ। ਗੁਰੂ ਸ਼ਬਦ ਦੀ ਵਿਚਾਰ ਭਾਈ ਹਰਭਜਨ ਸਿੰਘ ਜੀ ਗ੍ਰੰਥੀ ਸਾਹਿਬਾਨ ਗੁਰਦੁਆਰਾ ਨਾਨਕ ਦੇਵ ਸਾਹਿਬ ਆਪ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਕਥਾ ਸਰਵਣ ਕਰਾਉਣਗੇ। ਆਪ ਜੀ ਬੈਠ ਕਰਕੇ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ
हम सर दीन दयाल न तुम सर, अब पतियार क्या कीजै। बचनी तोर मोर मन मानै, जन का पूरन दीजै। हाँ बल बल जाऊं रामैया कारणे, कारण कवन अबोल। बहुत जन्म बिसरे थे माधो, ये जन्म तुम्हारे लेखे। कह रविदास आस लग जीवा, चिर पयो दर्शन देखै। मुँह गुचर शास्त्र खाट, पिंग गढ़न चर जाए। अंध लखे बदरो सुने, ज्यों काल कृपा कराए। वाहिगुरु जी का खालसा, वाहिगुरु जी की फतेह। परम सन्मानयोग गुरु रूप गुरु प्यारी गुरु सवारी साध संगत जीओ, आप वड्डियां भागां वाले हो जो धन धन साहिब श्री गुरु नानक देव जी महाराज, जिन्हां दे पावन चरण छोह प्राप्त इतिहासक सथान गुरुद्वारा नानक प्याऊ ਸਾਹਿਬ ਵਿਖੇ ਖੰਡਾਂ ਬ੍ਰਹਮੰਡਾਂ ਦੇ ਮਾਲਕ, ਕਲਯੁਗ ਦੇ ਵਿੱਚ ਜੀਵਾਂ ਦੇ ਉਧਾਰ ਕਰਤਾ, ਬਾਣੀ ਕੇ ਬੋਹਿਤ ਦਸਾਂ ਪਾਤਸ਼ਾਹੀਆਂ ਦੀ ਜੋਤ, ਯਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹਿ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਅਤੀ ਸਤਿਕਾਰਯੋਗ ਸਨਮਾਨਯੋਗ ਭਾਈ ਸਾਹਿਬ ਭਾਈ ਸਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਰੱਬੀ ਬਾਣੀ, ਇਲਾਹੀ ਬਾਣੀ, ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਬੜੇ ਹੀ ਪਿਆਰ ਸਤਿਕਾਰ ਨਾਲ ਬੈਠ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਇਸ ਪਾਵਨ ਸਥਾਨ ਦੀ ਚੱਲ ਰਹੀ ਮਰਿਆਦਾ ਅਨੁਸਾਰ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ, ਜਿਸ ਦਾ ਮੂਲ ਪਾਠ ਆਪ ਜੀ ਨੇ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਇਸ ਪਾਵਨ ਸਥਾਨ ਦੇ ਗ੍ਰੰਥੀ ਸਾਹਿਬਾਨ ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਮਾਝ ਰਾਗ ਅੰਦਰ ਸਤਿਗੁਰਾਂ ਦੇ ਪਾਵਨ ਅੰਗ 137 ਉੱਪਰ ਸਭਾਏਮਾਨ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਚਿੱਤ ਕਰੋ। ਰਸਨਾ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ।
ਇਹ ਜੋ ਪਾਵਨ ਸ਼ਬਦ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਦਿਨ ਰੈਣ ਜਦੋਂ ਅਸੀਂ ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ, ਤੇ ਸਤਿਗੁਰਾਂ ਨੇ ਬਾਣੀ ਅੰਦਰ ਬਹੁਤ ਕੁਛ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਇਸ ਤੋਂ ਪਹਿਲਾਂ ਪਾਵਨ ਬਾਣੀ 12 ਮਹਾਂ ਦੀ ਵਿਚਾਰ ਆਪਾਂ ਸਰਵਣ ਕੀਤੀ ਹੈ, ਤੇ 12 ਮਹਾਂ ਦੀ ਬਾਣੀ ਵੀ ਜਿਹੜੀ ਹੈ 12 ਮਹੀਨਿਆਂ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ। ਤੇ 12 ਮਹੀਨਿਆਂ ਦੇ ਨਾਲ 2 ਪੌੜੀਆਂ ਹੋਰ ਨੇ। ਸਭ ਤੋਂ ਪਹਿਲੀ ਪੌੜੀ ਦੇ ਵਿੱਚ ਅਰਦਾਸ ਦੱਸੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਹਲੋ ਰਾਮ। ਕਿ ਜੀਵ ਇਸਤਰੀ ਦੇ ਰੂਪ ਦੇ ਵਿੱਚ ਸਾਨੂੰ ਸਮਝਾਇਆ ਕਿ ਅਕਾਲ ਪੁਰਖ ਪਰਮਾਤਮਾ ਮੈਂ ਕਈ ਜਨਮ ਜਨਮਾਤਰਾ ਤੋਂ ਵਿਛੜੀ ਆ, ਤੇ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ, ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈ। ਕਰ ਕਿਰਪਾ ਮੇਲੋ ਰਾਮ, 4 ਕੁੰਡ ਦਹਿ ਦਿਸ ਭਰਮੇ, ਥਕ ਆਏ ਪ੍ਰਭ ਕੀ ਸ਼ਾਮ। ਧਿਆਨ ਦੁਦੇ ਤੇ ਬਾਹਰੀ ਕਿਤਨ ਆਵੇ ਕਾਮ, ਜਲ ਬਿਨ ਸ਼ਾਖ ਮਿਲਾਵਤੀ ਉਪਜੈ ਨਾਹੀ ਦਾਮ। ਕਹਿੰਦੀ ਮੈਂ ਉਸ ਪਰਮਾਤਮਾ ਤੋਂ ਵਿਛੜ ਕੇ ਮੇਰੀ ਹਾਲਤ ਇਹੋ ਜਿਹੀ ਹੋ ਗਈ ਹੈ ਕਿ ਜਿਸ ਤਰ੍ਹਾਂ ਇੱਕ ਗਊ ਜਿਹੜੀ ਉਹ ਦੁੱਧ ਨਹੀਂ ਦਿੰਦੀ, ਉਸ ਨੂੰ ਕੋਈ ਪੱਠੇ ਪਾਉਣ ਵਾਸਤੇ, ਉਸ ਦੀ ਕੋਈ ਸੇਵਾ ਕਰਨ ਵਾਸਤੇ ਤਿਆਰ ਨਹੀਂ ਹੁੰਦਾ, ਉਹ ਅਵਾਰਾ ਤੁਰੀ ਫਿਰਦੀ ਹੈ, ਮੇਰੀ ਹਾਲਤ ਉਹੋ ਜਿਹੀ ਹੈ। ਜਾਂ ਜਿਸ ਤਰ੍ਹਾਂ ਫਸਲ ਨੂੰ ਪਾਣੀ ਨਾ ਲਗਾਇਆ ਜਾਵੇ, ਦਰਖਤ ਨੂੰ ਪਾਣੀ ਨਾ ਦਿੱਤਾ ਜਾਵੇ, ਉਸ ਦੀਆਂ ਸ਼ਾਖਾਂ ਜਿਹੜੀਆਂ ਉਹ ਕੁਮਲਾ ਜਾਂਦੀਆਂ ਨੇ। ਹੇ ਪਰਮਾਤਮਾ, ਤੇਰੇ ਤੋਂ ਵਿਛੜ ਕੇ ਮੇਰੀ ਹਾਲਤ ਇਹਨਾਂ ਵਰਗੀ ਬਣ ਗਈ ਹੈ, ਕਿਰਪਾ ਕਰ ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈ। ਤੇ ਜਦੋਂ ਅਸੀਂ ਅਖੀਰਲੀ ਪੌੜੀ ਪੜ੍ਹਦੇ ਹਾਂ, ਤੇ ਸਤਿਗੁਰੂ ਜੀ ਅਖੀਰਲੀ ਪੌੜੀ ਅੰਦਰ ਸਮਝਾਉਂਦੇ ਨੇ, ਕਹਿੰਦੇ ਜੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਣਾ ਹੈ, ਮਿਲਣਾ ਚਾਹੁੰਦੀ ਹੈ, ਤੇ ਫਿਰ ਕਿਸ ਤਰ੍ਹਾਂ ਮਿਲ ਸਕਦੀ ਹੈ? ਉਹ ਗੁਰਮੁਖ ਪਿਆਰੇ ਕਿਸ ਤਰ੍ਹਾਂ ਮਿਲੇ ਨੇ? ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਾਹ ਸੱਚ ਖਰੇ। ਕਹਿੰਦੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਜਨਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੈ, ਕਹਿੰਦੇ ਭਾਈ ਉਹ ਇਸ ਲੋਕ ਦੇ ਵਿੱਚ ਵੀ ਸੁਖੀ ਹੈ, ਤੇ ਦਰਗਾਹ ਦੇ ਵਿੱਚ ਵੀ ਉਹ ਖਰੇ ਉਤਰਦੇ ਨੇ। ਪਰਮਾਤਮਾ ਅਕਾਲ ਪੁਰਖ ਉਹਨਾਂ ਦਾ ਮਦਦਗਾਰ ਬਣਦਾ ਹੈ। ਸੋ ਦਿਨ ਰਾਇਣ ਜਿਹੜੀ ਬਾਣੀ ਆਰੰਭ ਹੋਈ ਹੈ ਕੱਲ੍ਹ ਤੋਂ, ਇਸ ਦੇ ਪਹਿਲੇ ਪਦੇ ਦੀ ਵਿਚਾਰ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ ਕਿ ਦਿਨ ਰਾਇਣ, ਕਿ ਸਤਿਗੁਰੂ ਬਾਣੀ ਅੰਦਰ ਸਮਝਾਉਣਾ ਕਰਦੇ, ਜਿਸ ਤਰ੍ਹਾਂ ਦਿਨ ਰਾਇਣ ਰਾਤ ਦੇ ਦਿਨ ਦਾ ਸਮਾਂ 4 ਪਹਿਰ ਰਾਤ ਦੇ ਨੇ, 4 ਪਹਿਰ ਦਿਨ ਦੇ ਨੇ। ਕਹਿੰਦੇ ਇਹ ਪਰਮਾਤਮਾ ਦੀ ਝੋਲੀ ਦੇ ਵਿੱਚ ਅਸੀਂ ਖੇਡਦੇ ਪਏ ਹਾਂ। ਜਿਸ ਤਰ੍ਹਾਂ ਇੱਕ ਖਿਡਾਵਾ ਜਿਹੜਾ ਹੈ ਉਹ ਖਿਡਾਉਂਦਾ ਹੈ, ਉਹ ਗੋਦੀ ਦੇ ਵਿੱਚ ਬੈਠ ਕੇ ਖੇਡਦਾ ਹੈ। ਖਿਡਾਉਣ ਵਾਲਾ ਕੌਣ ਹੈ? ਦਾਈ ਤੇ ਦਾਇਆ। ਜਦੋਂ ਅਸੀਂ ਪਾਵਨ ਬਾਣੀ ਜਪਜੀ ਸਾਹਿਬ ਦੀ ਪੜ੍ਹਦੇ ਹਾਂ, ਅਖੀਰਲਾ ਸਲੋਕ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ ਭਾਈ, ਦਿਵਸ ਰਾਤ ਹੋਏ ਦਾਈ ਦਾਇਆ ਖੇਲਾ ਸਗਲ ਜਗਤ। ਕਹਿੰਦੇ ਦਿਨ ਰਾਤ ਸਾਡੇ ਜੀਵਨ ਦਾ ਸਮਾਂ ਵੀ ਐਸਾ ਹੈ, ਤੇ ਫਿਰ ਅਸੀਂ ਇਸ ਜਗਤ ਦੇ ਵਿੱਚ ਰਹਿ ਕੇ ਕੀ ਕਰਨਾ ਹੈ? ਕਿਉਂ ਪਰਮਾਤਮਾ ਨੇ ਸਾਨੂੰ ਮੋਲਕ ਜਨਮ ਬਖਸ਼ਿਸ਼ ਕੀਤਾ ਹੈ, ਤੇ ਨਾਲ ਹੀ ਸਮਝਾਉਣਾ ਕੀਤਾ ਹੈ, ਵੇਖੀ ਭਾਈ ਇਹ ਨਾ ਹੋਵੇ ਕਿ ਕਾਰੋਬਾਰੀ ਧੰਦਿਆਂ ਦੇ ਵਿੱਚ ਲੱਗਿਆ ਦਿਨ ਨੂੰ ਗਵਾ ਲਿਆ,
ਤੇ ਰਾਤ ਜਿਹੜੀ ਇਹਨੂੰ ਸੌਂ ਕੇ ਗਵਾ ਲਿਆ, ਇਹ ਪਰਮਾਤਮਾ ਨੇ ਮਨੁੱਖਾ ਜੀਵਨ ਜਿਹੜਾ ਬੜਾ ਮੋਲਕ ਬਖਸ਼ਿਸ਼ ਕੀਤਾ ਹੈ। ਦੁਬਾਰਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਰੈਣ ਗਵਾਈ ਸੋਈ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇ ਜਦੋਂ ਅਸੀਂ ਭਗਤ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਭਗਤ ਜੀ ਸਾਨੂੰ ਬਾਣੀ ਅੰਦਰ ਵੀ ਸਮਝਾਉਣਾ ਕਰਦੇ, ਫਰੀਦਾ ਚਾਰ ਗਵਾਇਆ ਹੰਡ ਸਿਓ, ਚਾਰ ਗਵਾਇਆ ਸਮ, ਲੇਖਾ ਰੱਬ ਮਗੇਸ਼ੀਆ, ਤੂੰ ਆਹੋ ਕਿਹੜੇ ਕੰਮ। ਕਿ ਭਾਈ ਤੈਨੂੰ ਮਨੁੱਖਾ ਜੀਵਨ ਪਰਮਾਤਮਾ ਨੇ ਕਿੱਡਾ ਸੋਹਣਾ ਬਖਸ਼ਿਸ਼ ਕੀਤਾ ਹੈ, ਕਿਸ ਕਾਰਜ ਵਾਸਤੇ, ਕਿਸ ਕੰਮ ਵਾਸਤੇ ਇਸ ਸੰਸਾਰ ਦੇ ਵਿੱਚ ਆਇਆ ਹੈ ਤੇ ਰਹਿ ਕੇ ਕੀ ਕੀਤਾ। ਚਾਰ ਗਵਾਇਆ ਹੰਡ ਸਿਓ, ਕਿ ਦਿਨ ਦੇ ਚਾਰ ਪਹਿਰ ਜਿਹੜੇ ਉਹ ਵੀ ਗਵਾ ਲੈ ਕਿਰਤ ਕਰਦੇ ਆ, ਤੇ ਰਾਤ ਦੇ ਜਿਹੜੇ ਚਾਰ ਪਹਿਰ ਹੈ ਉਹ ਸੌਂ ਕੇ ਗਵਾ ਲੈ। ਤੇ ਪਰਮਾਤਮਾ ਦੇ ਭਗਤ ਜਨ ਕੀ ਕਰਦੇ ਨੇ, ਕਹਿੰਦੇ ਜੇ ਦਿਨੇ ਕਿਰਤਕਾਰ ਕਰਦੇ ਆ ਨਾ ਤੇ ਫਿਰ ਵੀ ਉਸ ਪਰਮਾਤਮਾ ਦੇ ਸ਼ਬਦ ਦੇ ਨਾਲ ਜੁੜੇ ਹੁੰਦੇ ਆ। ਸੁਰਤ ਉਹਨਾਂ ਦੀ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ। ਤੇ ਜਿਹੜਾ ਰਾਤ ਦਾ ਸਮਾਂ ਹੈ ਉਹ ਫਿਰ ਸੌਂ ਕੇ ਨਹੀਂ ਗਵਾਉਂਦੇ, ਸੌਂ ਕੇ ਨਹੀਂ ਉਸ ਨੂੰ ਵਿਅਰਥ ਕਰਦੇ। ਉਹਨਾਂ ਦੇ ਸਵਾਸ ਦੇ ਵਿੱਚੋਂ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਨ ਹੀ ਸਦਾ ਜਪਦੇ ਆ। ਸਵਾਸ ਕੀ ਜਪਦੇ ਆ, ਵਾਹਿਗੁਰੂ 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 ਵਾਹਿਗੁਰੂ, ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਆ। ਕਿਉਂਕਿ ਉਹਨਾਂ ਦਾ ਆਇਆ ਇਸ ਸੰਸਾਰ 'ਤੇ ਸਫਲ ਹੈ, ਉਹਨਾਂ ਦਾ ਆਇਆ ਇਸ ਸੰਸਾਰ ਦੇ ਉੱਤੇ ਪਵਿੱਤਰ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਆ, ਭਾਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਲੇਖਾ ਰੱਬ ਮਗੇਸ਼ੀਆ, ਤੂੰ ਆਹੋ ਕਿਹੜੇ ਕੰਮ। ਕਹਿੰਦੇ ਇਹ ਕੋਸ ਅਕਾਲ ਪੁਰਖ ਪਰਮਾਤਮਾ ਗੋਬਿੰਦ ਨੂੰ ਮਿਲਣ ਦੀ ਤੇਰੀ ਵਾਰੀ ਹੈ, ਮਿਲਣ ਦਾ ਸਮਾਂ ਹੈ। ਤੇ ਜੇ ਤੂੰ ਰਾਤ ਜਿਹੜੀ ਸੌਂ ਕੇ ਗਵਾ ਲਈ, ਦਿਨ ਜਿਹੜਾ ਇਸ ਨੂੰ ਹੋਰ ਧੰਦਿਆਂ ਦੇ ਵਿੱਚ ਲਾ ਕੇ ਗਵਾ ਲਿਆ, ਤੇ ਫਿਰ ਅਖੀਰ ਸਮੇਂ ਲੇਖਾ ਰੱਬ ਮਗੇਸ਼ੀ ਆ, ਤੂੰ ਆਏ ਹੋ ਕਿਹੜੇ ਕੰਮ। ਇਹ ਤੈਨੂੰ ਲੇਖਾ ਉਸ ਦਰਗਾਹ ਦੇ ਵਿੱਚ ਵੀ ਤੈਨੂੰ ਜਵਾਬ ਦੇਣਾ ਪਏਗਾ ਕਿ ਤੂੰ ਸੰਸਾਰ ਦੇ ਵਿੱਚ ਰਹਿ ਕੇ ਕਿਹੜੇ ਕਰਮ ਨੂੰ ਕਮਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਆ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾਨ ਤੂੰ ਜਗ ਮੈਂ ਆਇਆ। ਫਿਰ ਅੱਗੇ ਸਮਝਾਉਂਦਾ, ਜਿਨ ਹਰ ਤੇਰਾ ਰਚਨ ਰਚਿਆ, ਜਿਹਨੇ ਇਸ ਸਰੀਰ ਨੂੰ, ਇਸ ਤਨ ਨੂੰ ਸਾਜਿਆ, ਇਸ ਦੀ ਰੱਖਿਆ ਕੀਤੀ, ਇਸ ਦੀ ਪ੍ਰਤਿਪਾਲਨਾ ਕੀਤੀ ਹੈ, ਸੋ ਹਰ ਮਨ ਵਸਾਇਆ। ਕਿ ਸੰਸਾਰ ਦੇ ਵਿੱਚ ਰਹਿ ਕੇ, ਜਗਤ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵਸਾਇਆ ਨਹੀਂ। ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ। ਕਿ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ, ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਗੁਰੂ ਕੀ ਸਾਧ ਸੰਗਤ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਤੇ ਫਿਰ ਜਿਹੜੇ ਸਾਰੇ ਕਾਰਜ ਤੇਰੇ ਆ ਇਹ ਵਿਅਰਥ ਹੈ, ਕਿਸੇ ਕੰਮ ਨਹੀਂ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਫਿਰ ਕੀ ਕਰ, ਸਤ ਸੰਗਤ ਦੇ ਵਿੱਚ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਹਰੀ ਦਾ ਦਿਨ ਰਾਤ ਨਾਮ ਜਪ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਸਾਨੂੰ ਬਾਣੀ ਅੰਦਰ ਸਮਝਾਉਂਦੇ ਨੇ। ਪਹਿਲਾ ਸ਼ਲੋਕ ਜਦੋਂ ਅਸੀਂ ਪੜ੍ਹਦੇ ਹਾਂ, ਜਿਹਨੂੰ ਆਪਾਂ ਭੋਗ ਦੇ ਸ਼ਲੋਕ ਕਹਿੰਦੇ ਆ, ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਕਹਿੰਦੇ ਫਿਰ ਜੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਗੋਬਿੰਦ ਦੇ ਗੁਣ ਗਾਏ ਨਹੀਂ, ਤੇ ਫਿਰ ਅੱਜ ਤੋਂ ਬਾਅਦ ਕੀ ਕਰ ਕਿ ਉਸ ਪਰਮਾਤਮਾ ਗੋਬਿੰਦ ਦੇ ਗੁਣ ਗਾ। ਠੀਕ ਜਗਤ ਦੇ ਵਿੱਚ ਰਹਿ ਕੇ ਜੇ ਤੂੰ ਗੁਣ ਗਾਏ ਹੈ, ਚਾਰ ਗਵਾਇਆ ਹੰਡ ਸਿਓ, ਚਾਰ ਗਵਾਇਆ ਸਮ। ਕਿ ਜੇ ਤੂੰ ਇਸ ਸਮੇਂ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਗੋਬਿੰਦ ਦੇ ਗੁਣ ਗਾਏ ਹੈ,
ਤੇ ਠੀਕ ਤੇਰਾ ਜਨਮ ਜਿਹੜਾ ਇਹ ਸਕਾਰਥ ਹੈ। ਜੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਗੋਬਿੰਦ ਦੇ ਗੁਣ ਗਾਏ ਨਹੀਂ ਤੇ ਤੇਰਾ ਜਨਮ ਅਕਾਰਥ ਹੈ, ਵਿਅਰਥ ਹੈ। ਇਹ ਮਨੁੱਖਾ ਜੀਵਨ ਪਤਾ ਨਹੀਂ ਮੁੜ ਕੇ ਮਿਲਣਾ ਹੈ ਕਿ ਨਹੀਂ ਮਿਲਣਾ। ਭਗਤ ਕਬੀਰ ਜੀ ਬਾਣੀ ਅੰਦਰ ਸਮਝਾਉਣਾ ਕਰਦੇ ਆ, ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜੋ ਬਨ ਫਲ ਪਾਕੈ ਭੋਏ ਗਿਰੈ, ਬੌੜ ਨਾ ਲਾਗੈ ਡਾਰ। ਕਹਿੰਦੇ ਮਨੁੱਖਾ ਜੀਵਨ ਪਰਮਾਤਮਾ ਤੇਰੇ ਉੱਤੇ ਟੁੱਟ ਕੇ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ। ਵੇਖੋ ਸੰਸਾਰ ਦੇ ਉੱਤੇ, ਇਸ ਧਰਤੀ ਦੇ ਉੱਤੇ ਅਨੇਕਾਂ ਜੂਨਾਂ ਜਿਨ੍ਹਾਂ ਦੀ ਗਿਣਤੀ ਨਹੀਂ। ਕਈ ਜਨਮ ਪੈ ਕੀੜ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਅਨੇਕਾਂ ਤਰ੍ਹਾਂ ਦੀਆਂ ਇਸ ਧਰਤੀ ਦੇ ਉੱਤੇ ਜੂਨਾਂ ਹੈ। ਤੇ ਕਿੱਡੀ ਉਸ ਅਕਾਲ ਪੁਰਖ ਪਰਮਾਤਮਾ ਨੇ ਤੇਰੇ ਉੱਤੇ ਕਿਰਪਾ ਕੀਤੀ ਹੈ। ਮਾਤਾ ਪਿਤਾ ਦੇ ਰਾਹੀਂ ਇਸ ਸਿਸ ਨੂੰ ਤਿਆਰ ਹੋਇਆ ਹੈ। ਮਾਂ ਕੀ ਰਕਤ ਪਿਤਾ ਬਿਦ ਧਾਰਾ, ਮੂਰਤ ਸੂਰਤ ਕਰ ਵਿਚਾਰਾ। ਫਿਰ ਜਦੋਂ ਗਰਭ ਧਾਰਨ ਕੀਤਾ ਹੈ, ਪਰਮਾਤਮਾ ਨੇ ਕਿੱਡੀ ਤੇਰੀ ਪਰਵਰਿਸ਼ ਕੀਤੀ ਹੈ, ਤੇਰੀ ਰੱਖਿਆ ਕੀਤੀ ਹੈ। ਆਪਣਾ ਮੇਰਾ ਭਰਿਆ ਹੱਥ ਰੱਖ ਕੇ ਤੈਨੂੰ ਉੱਥੇ ਵੀ ਬਚਾਉਣਾ ਕੀਤਾ ਹੈ। ਇੱਥੇ ਬਸ ਨਹੀਂ, ਖਾਣ ਪੀਣ ਦਾ ਆਹਾਰ ਵੀ ਤੇਰੇ ਤਾਈ ਮਾਤਾ ਰਾਹੀਂ ਪਹੁੰਚਿਆ ਹੈ। ਤੇ ਗੁਰੂ ਪਿਆਰਿਓ, ਜੇ ਕਿਸੇ ਉਸ ਭੈਣ ਦਾ ਜਪਿਆ ਹੋਇਆ ਨਾਮ ਦਾ ਅਸਰ ਵੀ ਉਸ ਬੱਚੇ ਤਾਈਂ, ਉਸ ਸਿਸ ਤਾਈਂ ਪਹੁੰਚ ਜਾਵੇ, ਉਹ ਬੱਚਾ ਕਦੀ ਵੀ ਮਾੜੀ ਸੰਗਤ ਦੇ ਵਿੱਚ ਨਹੀਂ ਬਹਿੰਦਾ। ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜੇ ਪਰਮਾਤਮਾ ਖਾਣ ਪੀਣ ਦਾ ਆਹਾਰ ਮਾਤਾ ਦੇ ਰਾਹੀਂ ਸਾਡੇ ਤੱਕ ਪਹੁੰਚਾ ਸਕਦਾ ਹੈ, ਉਸ ਮਾਤਾ ਦਾ ਜਪਿਆ ਹੋਇਆ ਨਾਮ ਵੀ ਜਿਹੜਾ ਹੈ, ਉਸ ਦਾ ਅਸਰ ਵੀ ਉਸ ਬੱਚੇ ਤਾਈਂ ਹੁੰਦਾ ਹੈ। ਬੱਚਾ ਕਦੀ ਵੀ ਮਾੜੀ ਸੰਗਤ ਦੇ ਵਿੱਚ ਨਹੀਂ ਪਏਗਾ। ਦਿਨ ਰਹਿਣ ਸਤਿਗੁਰੂ ਬਾਣੀ ਅੰਦਰ ਸਮਝਾਉਣਾ ਕਰਦੇ। ਪਹਿਲਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਆਪਾਂ ਪਿੱਛੇ ਸਰਵਣ ਕਰਦੇ ਆਏ ਹਾਂ। ਸ੍ਰੀ ਰਾਗ ਅੰਦਰ ਵੀ ਉਹਨਾਂ ਸਮਝਾਇਆ ਹੈ। ਕਹਿੰਦੇ ਪਹਿਲੇ ਪੈਰ ਰਹਿਣ ਕਹਿ ਵਣਜਾਰਿਆ, ਮਿੱਤਰਾ ਹੁਕਮ ਪਾਇਆ ਗਰਭਾਸ। ਕਿ ਪਹਿਲੇ ਪੈਰ ਦੇ ਅੰਦਰ ਤੇਰਾ ਇਸ ਸੰਸਾਰ ਦੇ ਉੱਤੇ ਤੂੰ ਮਾਤਾ ਦੇ ਗਰਭ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਤੇ ਦੂਜੇ ਪਹਿਰ ਦੇ ਅੰਦਰ ਜਦੋਂ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ, ਤੂੰ ਆਪਣੇ ਮਾਤਾ ਪਿਤਾ ਦੇ ਦਰਸ਼ਨ ਕੀਤੇ ਹੈ। ਤੇ ਤੀਜੇ ਪਹਿਰ ਦੇ ਅੰਦਰ ਜਦੋਂ ਤੂੰ ਇਸ ਜਵਾਨੀ ਦੇ ਵਿੱਚ ਆਇਆ, ਉਦੋਂ ਤੇਰੀ ਅਵਸਥਾ ਕਿਹੋ ਜਿਹੀ ਹੈ। ਤੇ ਚੌਥੇ ਪਹਿਰ ਦੇ ਅੰਦਰ ਜਦੋਂ ਤੇਰੇ ਉੱਤੇ ਵਡੇਪਾ ਆਇਆ ਹੈ, ਉਦੋਂ ਤੇਰੀ ਅਵਸਥਾ ਕਿਹੋ ਜਿਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵੀ ਸਾਨੂੰ ਤਿੰਨਾਂ ਅਵਸਥਾ ਦੇ ਵਿੱਚ ਸਮਝਾਇਆ ਹੈ। ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਿ ਬਾਲ ਅਵਸਥਾ ਦੇ ਵਿੱਚ ਤੇ ਜਵਾਨੀ ਦੀ ਅਵਸਥਾ ਦੇ ਵਿੱਚ ਤੇ ਬਿਰਧ ਅਵਸਥਾ ਦੇ ਵਿੱਚ ਮਨੁੱਖ ਵਿਚਰਦਾ ਹੈ। ਵਿਚਰਦਾ ਕਿਵੇਂ ਹੈ? ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਦਿਨ ਰਹਿਣ ਕਿ ਜੇ ਦਿਨ ਦਾ ਸਮਾਂ ਤੇ ਜੇ ਪਰਮਾਤਮਾ ਨੇ ਸਾਨੂੰ ਸਵਾਸ ਬਖਸ਼ਿਸ਼ ਕੀਤੇ ਆ, ਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਤਾ ਹੈ ਕਿ ਸਾਡੇ ਸਵਾਸ ਕਿੰਨੇ ਹੈ। ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਦਿਨ ਬਤੀਤ ਹੋਏ ਹੈ, ਕੋਈ ਗਿਣਤੀ ਨਹੀਂ। ਉਸ ਪਰਮਾਤਮਾ ਨੂੰ ਪਤਾ ਹੈ ਕਿੰਨੇ ਦਿਨ ਬਤੀਤ ਹੋਣ ਵਾਲੇ ਹੈ, ਕਿੰਨੇ ਹੋਣੇ ਹੈ, ਉਹ ਪਰਮਾਤਮਾ ਨੂੰ ਪਤਾ ਹੈ। ਕਿੰਨੀਆਂ ਰਾਤਾਂ ਚਲੇ ਗਈਆਂ, ਉਸ ਪਰਮਾਤਮਾ ਨੂੰ ਪਤਾ ਹੈ। ਕਿੰਨੀਆਂ ਰਾਤਾਂ ਜਾਣ ਵਾਲੀਆਂ ਹੈ, ਉਸ ਪਰਮਾਤਮਾ ਨੂੰ ਪਤਾ ਹੈ। ਜਨਮ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਮੌਤ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਸਾਡੇ ਸਵਾਸ ਕਿੰਨੇ, ਉਸ ਪਰਮਾਤਮਾ ਨੂੰ ਪਤਾ ਹੈ। ਕਿ ਸਾਡਾ ਦਿਨ ਚੜ੍ਹਿਆ ਹੈ, ਪਤਾ ਨਹੀਂ ਰਾਤ ਆਉਣੀ ਹੈ ਕਿ ਨਹੀਂ ਆਉਣੀ। ਜੇ ਰਾਤ ਪਈ ਹੈ, ਪਤਾ ਨਹੀਂ ਦਿਨ ਚੜ੍ਹਨਾ ਹੈ ਕਿ ਨਹੀਂ ਚੜ੍ਹਨਾ। ਤੇ ਸਤਿਗੁਰਾਂ ਨੇ ਸਾਨੂੰ ਬਾਣੀ ਅੰਦਰ ਸਮਝਾਇਆ ਕਿ ਫਿਰ ਭਾਈ ਉਸ ਅਕਾਲ ਪੁਰਖ ਪਰਮਾਤਮਾ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ, ਸਭ ਮੁਕਦੀ ਚੱਲੀ ਰਹਿਣ। ਦਿਨ ਰਹਿਣ, ਦਿਨ ਰਾਤ
ਸਭ ਮੁਕਦੀ ਚੱਲੀ ਰਹਿਣ ਕਿ ਜੀਵਨ ਦਾ ਸਮਾਂ ਜਿਹੜਾ ਹੈ ਇਹ ਦਿਨੋਂ ਦਿਨ ਬਤੀਤ ਹੁੰਦਾ ਜਾ ਰਿਹਾ ਹੈ, ਦਿਨੋਂ ਦਿਨ ਲੰਘਦਾ ਜਾ ਰਿਹਾ ਹੈ। ਸਮੇਂ ਦੇ ਵਿੱਚ ਵੀ ਸਤਿਗੁਰਾਂ ਨੇ ਸਾਨੂੰ ਬਾਣੀ ਅੰਦਰ ਸਮਝਾਇਆ ਹੈ, ਘੜੀਆਂ ਦੇ ਵਿੱਚ ਵੀ ਸਮਝਾ ਦਿੱਤਾ, ਰੁੱਤਾਂ ਦੇ ਵਿੱਚ ਵੀ ਸਮਝਾ ਦਿੱਤਾ, ਪਹਿਰਿਆਂ ਦੇ ਵਿੱਚ ਵੀ ਸਮਝਾ ਦਿੱਤਾ ਹੈ ਕਿ ਜਿਸ ਤਰ੍ਹਾਂ ਇਹ 4 ਪਹਿਰ ਦਿਨ ਦੇ ਹੈ, 4 ਪਹਿਰ ਸਾਡੀ ਜ਼ਿੰਦਗੀ ਦੇ ਹੈ। ਪਹਿਲਾ ਪਿਆਰ ਲਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜੇ ਪਿਆ ਭਾਬੀ ਬੇਵ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛਿਆ ਜਾਤ, ਸਤਵੇਂ ਸੰਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੁਆ ਤਰਨਾਸ, ਤੇ ਫਿਰ ਅੱਗੇ ਕੀ ਹੈ ਬੁਢੇਪਾ, ਨਾਵੇਂ ਧੌਲੇ ਉਬੈ ਸਾਹ, ਦਸਵੇਂ ਦੱਦਾ ਹੋਏ ਸੁਆਹ। ਜਨਮ ਤੋਂ ਲੈ ਕੇ ਮੌਤ ਤੱਕ ਉਸ ਪਰਮਾਤਮਾ ਨੇ ਸਾਨੂੰ ਬਾਣੀ ਅੰਦਰ ਦਰਸ਼ਨ ਕਰਵਾ ਦਿੱਤੇ, ਸਾਡੀ ਝੋਲੀ ਦੇ ਵਿੱਚ ਪਾ ਦਿੱਤੇ ਕਿ ਸਾਡੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ। ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਕਿੰਨਾ ਕੁ ਜੁੜੇ ਹਾਂ ਤੇ ਕਿੰਨਾ ਕੁ ਜੁੜਨਾ ਹੈ। ਤੇ ਭਗਤ ਕਬੀਰ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਸ਼੍ਰੀ ਰਾਗ ਅੰਦਰ, ਕਹਿੰਦੇ ਜਨਨੀ ਜਾਣ ਸੁਧ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ ਕੌਣ ਜਾਣਦਾ ਹੈ। ਕਿ ਸਾਡੇ ਜੀਵਨ ਦਾ ਸਮਾਂ ਜਿਹੜਾ ਬਤੀਤ ਹੁੰਦਾ ਜਾਂਦਾ ਹੈ, ਮਨੁੱਖ ਕਰਦਾ ਕੀ ਹੈ, ਇਹ ਮੇਰਾ ਹੈ, ਉਹ ਮੇਰਾ ਹੈ, ਉਹ ਕਰ ਰਿਹਾ ਇਹ ਮਾਇਆ ਮੇਰੀ, ਇਹ ਧਨ ਮੇਰਾ, ਇਹ ਦੌਲਤ ਮੇਰੀ ਹੈ, ਇਹ ਘਰ ਮੇਰਾ ਹੈ, ਇਹ ਕੋਠੀ ਮੇਰੀ ਹੈ, ਇਹ ਗੱਡੀਆਂ ਮੇਰੀਆਂ ਹੈ, ਮੇਰੀ ਮੇਰੀ ਕਰਦਾ ਇਸ ਸੰਸਾਰ ਦੇ ਉਤੋਂ ਚਲਿਆ ਜਾਂਦਾ ਹੈ। ਤੇ ਨਾਲ ਜਾਂਦਾ ਕੁਛ ਨਹੀਂ ਹੈ। ਰਾਜਾ ਦੁਨੀ ਚੰਦ ਹੋਇਆ ਨਾ, ਲਾਹੌਰ ਦੀ ਧਰਤੀ ਤੇ ਰਹਿਣ ਵਾਲਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉੱਥੇ ਪਹੁੰਚੇ ਹੈ ਤੇ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਧਨਾੜ ਸਮਝਦਾ ਹੈ ਕਿ ਬਹੁਤ ਪੈਸੇ ਵਾਲਾ ਹੈ, ਬੜੀ ਧਨ ਦੌਲਤ ਮੇਰੇ ਕੋਲ ਹੈ, ਤੇ ਸਤਿਗੁਰਾਂ ਨੇ ਉਹਨੂੰ ਵੀ ਇੱਕ ਸੂਈ ਦਿੱਤੀ ਹੈ ਕਿ ਲੈ ਭਾਈ ਇਹ ਸੂਈ ਲੈ ਲੈ, ਸਾਡੀ ਮਾਨਤ ਆਪਣੇ ਕੋਲ ਸਾਂਭ ਲੈ, ਅਸੀਂ ਤੇਰੇ ਕੋਲ ਦਰਗਾਹ ਦੇ ਵਿੱਚ ਲੈ ਲਵਾਂਗੇ। ਹੁਣ ਜਦੋਂ ਘਰ ਦੇ ਵਿੱਚ ਜਾਂਦਾ ਹੈ, ਜਾ ਕੇ ਆਪਣੀ ਘਰ ਵਾਲੀ ਨੂੰ ਦੱਸਦਾ ਹੈ ਕਿ ਇੱਕ ਸੰਤ ਆਇਆ, ਉਸ ਨੇ ਮੈਨੂੰ ਇਹ ਸੂਈ ਦੇ ਦਿੱਤੀ ਹੈ, ਕਹਿੰਦਾ ਇਹ ਮੇਰੀ ਮਾਨਤ ਨੂੰ ਸਾਂਭ ਕੇ ਰੱਖ ਲੈ, ਦਰਗਾਹ ਦੇ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਤੇ ਘਰ ਵਾਲੀ ਬੜੀ ਸਿਆਣੀ ਹੈ, ਕਹਿੰਦੇ ਜਦੋਂ ਇਸ ਤਨ ਦੇ ਵਿੱਚੋਂ ਸਵਾਸ ਨਿਕਲ ਗਏ ਤੇ ਤੇਰੇ ਨਾਲ ਕੁਛ ਜਾਣਾ ਨਹੀਂ ਹੈ, ਨਾ ਤੂੰ ਖੜ ਸਕਦਾ ਹੈ, ਤੇ ਫਿਰ ਇਹ ਜਿਹੜੀ ਛੋਟੀ ਜਿੰਨੀ ਸੂਈ ਹੈ ਤੂੰ ਨਾਲ ਲਿਜਾ ਕੇ ਦਰਗਾਹ ਦੇ ਵਿੱਚ ਕਿਵੇਂ ਦੇਵੇਂਗਾ। ਉਸ ਵੇਲੇ ਦਿਮਾਗ ਟਿਕਾਣੇ ਦੇ ਵਿੱਚ ਆਇਆ, ਮਨ ਦੇ ਵਿੱਚ ਖਿਆਲ ਇਹੋ ਜਿਹਾ ਆਇਆ ਕਿ ਠੀਕ ਮੈਂ ਬੜੀ ਵੱਡੀ ਗਲਤੀ ਕੀਤੀ ਹੈ, ਸੂਈ ਜਿਹੜੀ ਇਹ ਮਾਨਤ ਜਿਹੜੀ ਮੈਂ ਸਾਂਭੀ ਹੈ ਕਿਸ ਤਰ੍ਹਾਂ ਦਰਗਾਹ ਦੇ ਵਿੱਚ ਲੈ ਕੇ ਜਾਵਾਂਗਾ। ਵਾਪਸ ਫਿਰ ਉੱਥੇ ਜਾਂਦਾ ਹੈ, ਜਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਤਮਸਤਕ ਹੁੰਦਾ ਹੈ, ਕਹਿੰਦਾ ਜੀ ਮੈਂ ਵੱਡੀ ਭੁੱਲ ਕਰ ਲਈ, ਤੁਹਾਡੀ ਇਮਾਨਤ ਜਿਹੜੀ ਹੈ ਇਸ ਨੂੰ ਲੈ ਲਿਆ ਕੇ ਦਰਗਾਹ ਦੇ ਵਿੱਚ ਲੈ ਜਾਵਾਂਗਾ, ਪਰ ਦਰਗਾਹ ਦੇ ਵਿੱਚ ਤੇ ਕੁਝ ਨਾਲ ਜਾਣਾ ਹੀ ਨਹੀਂ ਹੈ। ਤੇ ਪਾਤਸ਼ਾਹ ਨੇ ਉੱਥੇ ਰਾਜਾ ਦੁਨੀ ਚੰਦ ਨੂੰ ਸਮਝਾਇਆ, ਰਾਜੇ ਨੂੰ, ਕਹਿੰਦਾ ਜੇ ਫਿਰ ਦਰਗਾਹ ਦੇ ਵਿੱਚ ਸੂਈ ਨਹੀਂ ਜਾ ਸਕਦੀ ਤੇ ਇਹ ਜਿਹੜਾ ਇਕੱਠਾ ਕੀਤਾ ਹੋਇਆ ਧਨ ਹੈ ਇਹ ਸਾਰਾ ਤੇਰਾ ਇੱਥੇ ਰਹਿ ਜਾਣਾ, ਜਿਹਨੂੰ ਤੂੰ ਅੱਜ ਮੈਂ ਮੇਰੀ ਕਰਦਾ ਫਿਰਦਾ ਹੈ, ਇਹ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ, ਇਹ ਸਭ ਕੁਛ ਇੱਥੇ ਹੀ ਰਹਿ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਆ, ਕਹਿੰਦੇ ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਧ ਬੰਧਪ, ਅਰਫਨ ਗ੍ਰਹਿ ਕੀ ਨਾਰ। ਕਹਿੰਦੇ ਜੇ ਤਰ੍ਹਾਂ ਮਾਤਾ ਪਿਤਾ ਦੇ ਨਾਲ ਇੰਨਾ ਪ੍ਰੇਮ ਹੈ, ਧੀਆਂ ਪੁੱਤਰਾਂ ਦੇ ਨਾਲ ਇੰਨਾ ਪ੍ਰੇਮ ਹੈ, ਪਰਿਵਾਰ ਦੇ ਨਾਲ ਤੇਰਾ ਇੰਨਾ ਪਿਆਰ ਮੋਹ ਹੈ, ਇੱਥੋਂ ਤੱਕ ਵੀ ਦੱਸ ਦਿੱਤਾ ਕਿ ਘਰ ਵਾਲੀ ਜੀਵ ਇਸਤਰੀ ਦੇ ਨਾਲ ਜਿਹਦੇ ਨਾਲ ਤੇਰਾ ਇੰਨਾ ਮੋਹ ਹੈ, ਜਿਹਦੇ ਨਾਲ ਤੇਰਾ ਇੰਨਾ ਪਿਆਰ ਹੈ, ਜਿਹਦੇ ਨਾਲ ਤੂੰ ਹਰੇਕ ਗੱਲ ਕਰ ਸਕਦਾ ਹੈ, ਅਖੀਰ ਸਮੇਂ ਉਹਨੇ ਵੀ ਤੇਰੇ ਨਾਲ ਨਹੀਂ ਨਿਭਣਾ। ਇਹ ਤਨ ਵੀ ਝੂਠਾ ਹੈ, ਇਹ ਸੰਸਾਰ ਦੇ ਪਦਾਰਥ ਜਿੰਨੇ ਹੈ ਸਭ ਕੇ ਝੂਠਾ ਹੈ। ਝੂਠਾ ਤਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਕਹਿੰਦੇ ਇਹ ਤਨ ਵੀ ਝੂਠਾ ਹੈ, ਇਹ ਵੀ ਤੇਰੇ ਨਾਲ ਨਹੀਂ ਜਾਣਾ।
ਇਹਨੇ ਵੀ ਮਿੱਟੀ ਦੀ ਖਾਕ ਬਣ ਜਾਣਾ ਹੈ। ਤੇ ਫਿਰ ਰਹਿ ਕੇ ਕੀ ਕਰ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰ ਥਕੀਨ, ਕਹੋ ਨਾਨਕ ਭਜ ਹਰ ਮਨਾ, ਜੇ ਬਿਦ ਜਲ ਕੋ ਮੀਨ। ਕਹਿੰਦੇ ਫਿਰ ਉਸ ਪਰਮਾਤਮਾ ਗੋਬਿੰਦ ਦੇ ਗੁਣ ਨੂੰ ਗਾ, ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਇਕਮਿਕ ਹੋ ਜਾ। ਕਹਿੰਦੇ ਪਾਤਸ਼ਾਹ ਫਿਰ ਉਸ ਤੋਂ ਨਾਲ ਪਰਮਾਤਮਾ ਦੇ ਨਾਲ ਮਿਲਣ ਦਾ ਤਰੀਕਾ ਕੀ ਹੈ, ਕਿਸ ਤਰ੍ਹਾਂ ਉਸ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਜਿਵੇਂ 12 ਮਾਹ ਦੀ ਬਾਣੀ ਦੇ ਅੰਦਰ ਆਪਾਂ ਪਹਿਲਾ ਸ਼ਬਦ ਸਰਵਣ ਕੀਤਾ ਹੈ, ਪੜ੍ਹਿਆ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਕਿਸ ਤਰ੍ਹਾਂ ਉਸ ਪਰਮਾਤਮਾ ਰਾਮ ਦੇ ਨਾਲ ਮਿਲਿਆ ਜਾ ਸਕਦਾ ਹੈ। ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਤੇ ਇੱਥੇ ਪਾਤਸ਼ਾਹ ਕਹਿੰਦੇ ਜੇ ਗੋਬਿੰਦ ਨੂੰ ਮਿਲਣਾ ਹੈ, ਉਸ ਪਰਮਾਤਮਾ ਨੂੰ ਮਿਲਣਾ ਹੈ, ਉਹਦੇ ਗੁਣਾਂ ਨੂੰ ਗਾਇਨ ਕਰਨਾ ਹੈ, ਚੇਤੇ ਕਰਨਾ ਹੈ, ਤੇ ਫਿਰ ਕੀ ਕਰ, ਤੇਰੀ ਜਿਹੜੀ ਬਿਰਤੀ ਹੈ ਉਸ ਮੱਛੀ ਵਰਗੀ ਹੋਣੀ ਚਾਹੀਦੀ ਹੈ। ਉਸ ਮੱਛੀ ਵਰਗਾ ਆਪਣਾ ਜੀਵਨ ਨੂੰ ਬਣਾ ਲੈ ਕਿ ਜਿਸ ਤਰ੍ਹਾਂ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੈ, ਇਸੇ ਤਰ੍ਹਾਂ ਤੇਰੀ ਪ੍ਰੀਤ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਪੈ ਜਾਵੇ। ਚਾਰ ਗਵਾਇਆ ਹੰਡ ਸਿਉ ਚਾਰ ਗਵਾਇਆ ਸਮ, ਕਿ 4 ਦਿਨ ਦੇ 4 ਪੈਰ ਵੀ ਤੂੰ ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿ। ਜਿਸ ਤਰ੍ਹਾਂ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੈ, ਤੇ ਰਾਤ ਦੇ 4 ਪੈਰ ਜਿਹੜੇ ਹੈ ਉਹ ਵੀ ਤੂੰ ਉਸ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਨਾਲ ਜੁੜਿਆ ਰਹਿ, ਜਿਸ ਤਰ੍ਹਾਂ ਉਸ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਹੈ। ਇਸ ਤਰ੍ਹਾਂ ਤੇਰੀ ਪ੍ਰੀਤ ਜਦੋਂ ਉਸ ਪਰਮਾਤਮਾ ਦੇ ਨਾਲ ਬਣ ਗਈ, ਪਰਮਾਤਮਾ ਦੇ ਨਾਲ ਜੁੜ ਗਈ, ਤੇ ਫਿਰ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰੇਗਾ, ਜਿਹੜਾ ਹਰੇਕ ਦੀ ਅਰਦਾਸ ਸੁਣਦਾ ਹੈ। ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਪਾਰ। ਕਹਿੰਦੇ ਹਰੇਕ ਦੀ ਅਰਦਾਸ ਬੇਨਤੀ ਉਹ ਅਕਾਲ ਪੁਰਖ ਪਰਮਾਤਮਾ ਸੁਣਦਾ ਹੈ, ਬੇਅੰਤ ਹੈ, ਵੱਡਾ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਸਤਿਗੁਰੂ ਜੀ ਸਮਝਾਉਣਾ ਕਰਦੇ, ਕਹਿੰਦੇ ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿੱਚ ਵਿਆਪਕ ਹੈ। ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੇਰ ਪਛਾਣਤ। ਕਿ ਹਰੇਕ ਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ, ਹਰੇਕ ਦੇ ਅੰਗ ਸੰਗ ਹੈ। ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਰੱਖਿਆ ਆਪ ਕਰਦਾ ਹੈ। ਆਪਣੇ ਸੇਵਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹੇ ਜਹੇ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠ ਧਾਵੈ। ਸੇਵਕ ਔਰ ਨਿਕਟੀ ਹੋਏ ਦਿਖਾਵੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਖਸ਼ ਮਾਰ ਪਚਾਇਆ। ਕਿ ਆਪਣੇ ਭਗਤਾਂ ਦੀ ਰੱਖਿਆ ਉਹ ਪਰਮਾਤਮਾ ਆਪ ਕਰਦਾ ਹੈ। ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਸਤਿਗੁਰੂ ਜੀ ਪਾਵਨ ਬਾਣੀ ਅੰਦਰ ਵੀ ਸਾਨੂੰ ਸਮਝਾਉਣਾ ਕਰਦੇ, ਕਹਿੰਦੇ ਉਹਨਾਂ ਦਾ ਦੁੱਖ ਵੀ ਜਿਹੜਾ ਹੈ ਉਹ ਵੀ ਸੁੱਖ ਦੇ ਵਿੱਚ ਬਦਲ ਜਾਂਦਾ ਹੈ। ਪਰਮਾਤਮਾ ਉਹਨਾਂ ਨੂੰ ਤਤੀ ਵਾਰ ਨਹੀਂ ਲੱਗਣ ਦਿੰਦਾ। ਜਾ ਕੋ ਮੁਸ਼ਕਲ ਅੱਤ ਬਣਾ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ। ਸਾਗ ਵੀ ਭੱਜ ਖਲੇ ਸਭੋ ਭੱਜੀ, ਆਸਰਾ ਚੁੱਕਾ ਸਭ ਸਰਾਉ। ਚਿਤ ਆਵੈ ਉਸ ਪਾਰ ਬ੍ਰਹਮ, ਲੱਗਨ ਤਤੀ ਵਾਉ। ਕਿ ਜਦੋਂ ਸਾਰੇ ਸਾਥ ਛੱਡ ਜਾਣ, ਫਿਰ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਕਰੇਂਗਾ। ਇੱਕ ਵਾਰੀ ਵੀ ਪਰਮਾਤਮਾ ਨੇ ਤੈਨੂੰ ਚੇਤੇ ਆ ਜਾਵੇ, ਤੇ ਪਰਮਾਤਮਾ ਬੇਅੰਤ ਦਾਤਾਂ ਦਾ ਮਾਲਕ ਹੈ, ਉਹ ਤੈਨੂੰ ਤਤੀ ਵਾਰ ਨਹੀਂ ਲੱਗਣ ਦੇਵੇਗਾ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ, ਕਹਿੰਦੇ ਉਹ ਪਰਮਾਤਮਾ ਬੇਅੰਤ ਹੈ, ਉਹ ਜਿੰਦ ਦਾ ਦੁੱਖ ਦਰਦ ਸੁਣਨ ਵਾਲਾ ਹੈ। ਹੋਰ ਕੌਣ ਸੁਣਦਾ ਹੈ ਭਾਈ? ਮਨੁੱਖ ਦਾ ਦਰਦ ਨਹੀਂ ਸੁਣ ਸਕਦਾ ਹੈ। ਪਰਮਾਤਮਾ ਹਰੇਕ ਦਾ ਦਰਦ ਸੁਣਦਾ ਹੈ। ਤੇ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਆਪਾਂ ਇਹ ਅਰਦਾਸ ਕਰਦੇ ਹਾਂ। ਤੇ ਸਤਿਗੁਰੂ ਜੀ ਬਾਣੀ ਅੰਦਰ ਸਮਝਾਉਂਦੇ ਕਹਿੰਦੇ ਸਾਰੀ ਉਮਰ ਹੀ ਉਸ ਦਾ ਆਰਾਧਨ ਕਰਨਾ ਚਾਹੀਦਾ ਹੈ। ਜਿਹੜਾ ਪ੍ਰਮਾਤਮਾ ਹਰੇਕ ਦੀ ਪ੍ਰਤਪਾਲਨਾ ਕਰਦਾ, ਹਰੇਕ ਨੂੰ ਰਿਜ਼ਕ ਦਿੰਦਾ ਹੈ, ਹਰੇਕ ਦੇ ਸਦਾ ਅੰਗ ਸੰਗ ਹੈ। ਤੇ ਸਤਿਗੁਰੂ ਸਸੁਰੇ ਪਈਏ ਕੰਤ ਕੀ, ਸਸੁਰੇ ਪਈਏ ਤਿਸ ਕੰਤ ਕੀ। ਵੱਡਾ ਜਿਸ ਪਰਿਵਾਰ ਕਿ ਉਹ ਪਰਮਾਤਮਾ ਦਾ ਕਿੱਡਾ ਵੱਡਾ ਪਰਿਵਾਰ ਹੈ। ਬੇਅੰਤ ਹੈ ਅਕਾਲ ਪੁਰਖ ਪਰਮਾਤਮਾ ਪ੍ਰਭੂ।
ਜਿਹਨੂੰ ਆਪਾਂ ਪੜ੍ਹਦੇ ਆ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੂੰ ਕਿੱਡਾ ਵੱਡਾ ਹੈ, ਬੇਅੰਤ ਹੈ। ਅੰਤ ਨ ਪਾਵਤ ਦੇ ਸਭੈ ਮੁਨ ਇੰਦਰ ਮਹਾਸ਼ਿਵ ਜੋ ਕਰੀ। ਕਹਿੰਦੇ ਊਚਾ ਅਗੰਮ ਅਗਾਧ ਬੋਧ ਕਿਛ ਅੰਤ ਨ ਪਾਰਾਵਾਰ। ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਪਾਟ ਜਨਮੀ ਬਾਣੀ ਅੰਦਰ ਸਮਝਾਉਣਾ ਕਰਦੇ ਆ। ਕਹਿੰਦੇ ਭਾਈ ਉਹ ਪਰਮਾਤਮਾ ਕਿੱਡਾ ਵੱਡਾ ਬੇਅੰਤ ਹੈ, ਜਿਹੜਾ ਹਰੇਕ ਦੀ ਪ੍ਰਤਪਾਲਨਾ ਕਰਦਾ ਹੈ, ਹਰੇਕ ਦੇ ਅੰਗ ਸੰਗ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਸਾਰਿਆਂ ਜੀਵਾਂ ਨੂੰ ਰੋਜੀ ਦੇਣ ਵਾਲਾ ਹੈ, ਤੇ ਜੀਵਾਂ ਦਾ ਅੰਤ ਕਰਨ ਵਾਲਾ ਵੀ ਉਹ ਪਰਮਾਤਮਾ ਆਪ ਹੈ। ਸੇਵਾ ਸਾ ਤਿਸ ਭਾਵ ਸੀ। ਪਾਤਸ਼ਾਹ ਅਗਲੇ ਬੰਦ ਅੰਦਰ ਸਮਝਾਉਣਾ ਕਰਦੇ ਆ, ਸੰਤਾਂ ਕੀ ਹੋਏ ਸ਼ਾਰ। ਤੇ ਕਹਿੰਦੇ ਪਰਮਾਤਮਾ ਏਡਾ ਵੱਡਾ ਬੇਅੰਤ ਉੱਚਾ ਪਹੁੰਚ ਥਾ, ਗਿਆਨ ਦਾ ਮਾਲਕ ਹੈ। ਕਹਿੰਦੇ ਉਹਨਾਂ ਦਾ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਉਸ ਦਾ ਪਾਰਲਾ ਬੰਨਾ ਜਿਹੜਾ ਉਹ ਲੱਭਿਆ ਨਹੀਂ ਜਾ ਸਕਦਾ। ਕਿੱਡਾ ਵੱਡਾ ਹੈ, ਕਿੱਡਾ ਵੱਡਾ ਹੈ। ਸੁਣ ਵੱਡਾ ਆਖਾ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿੰਦੇ ਕਹਿਣ ਵਾਲੇ ਇਸ ਸੰਸਾਰ ਤੋਂ ਤੁਰਦੇ ਗਏ, ਉਹਨਾਂ ਨੇ ਵੀ ਅੰਤ ਨਹੀਂ ਪਾਇਆ। ਨਾ ਹੀ ਅੰਤ ਪੈ ਸਕਦਾ ਹੈ, ਨਾ ਹੀ ਮੁੱਲ ਪੈ ਸਕਦਾ ਹੈ। ਕਿੱਡਾ ਵੱਡਾ ਬੇਅੰਤ ਹੈ। ਦੀਨਾਨਾਥ ਦਇਆਲ ਦੇਵ ਪਤ ਤੇ ਉਦਾਹਰਨ ਹਾਰ। ਕਿ ਸਤਿਗੁਰੂ ਜੀ ਸਾਨੂੰ ਬਾਣੀ ਅੰਦਰ ਅਗਲੇ ਬੰਦ ਅੰਦਰ ਸਮਝਾਉਣਾ ਕਰਦੇ। ਕਹਿੰਦੇ ਉਹੀ ਸੇਵਾ ਪ੍ਰਭੂ ਨੂੰ ਪਸੰਦ ਆਉਂਦੀ ਹੈ ਜਿਹੜੀ ਮਨੁੱਖ ਉਹ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕਰਦਾ ਹੈ। ਸੇਵਾ ਵੀ ਆਪਣੀ ਮਨ ਦੀ ਮੱਤ ਨੂੰ ਤਿਆਗ ਕੇ, ਜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਕਰਦਾ ਹੈ ਤੇ ਭਾਈ ਸੇਵਾ ਸਫਲ ਹੈ। ਜੇ ਆਪਣੀ ਮੱਤ ਅਨੁਸਾਰ ਸੇਵਾ ਕਰਦਾ ਤੇ ਉਹ ਸੇਵਾ ਸਫਲ ਨਹੀਂ ਹੈ। ਜਿਹੜਾ ਗੁਰੂ ਦੀ ਮੱਤ ਅਨੁਸਾਰ ਸੇਵਾ ਕਰਦਾ ਹੈ, ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਮਨ ਕਰਕੇ ਚਿੱਤ ਲਾ ਕੇ ਉਸ ਪਰਮਾਤਮਾ ਦੀ ਸੇਵਾ ਕੀਤੀ ਹੈ, ਗੁਰੂ ਸਤ ਸੰਗਤ ਦੀ ਸੇਵਾ ਕੀਤੀ ਹੈ, ਭਾਈ ਉਹ ਸੇਵਾ ਵੀ ਸਫਲ ਹੈ। ਬਾਬਾ ਬੁੱਢਾ ਜੀ ਦਾ ਪਾਵਨ ਜੀਵਨ ਪੜ੍ਹ ਲਈਏ ਜੀ। ਉਹਨਾਂ ਨੇ ਇੱਕ ਦੁੱਧ ਦਾ ਕਟੋਰਾ ਹੈ ਜੋ ਕੀਮਤ ਜ਼ਿਆਦਾ ਨਹੀਂ ਰੱਖਦਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਹਾਜ਼ਰ ਹੋਏ ਹੈ। ਭਾਵੇਂ ਦੁੱਧ ਦਾ ਕਟੋਰਾ ਹੈ, ਪਰ ਮਨ ਦੇ ਅੰਦਰ ਨਿਮਰਤਾ ਹੈ। ਮਨ ਕਰਕੇ ਗੁਰੂ ਦੀ ਮੱਤ ਅਨੁਸਾਰ ਸੇਵਾ ਕੀਤੀ ਹੈ। ਜੇ ਮੋਤੀ ਰਾਮ ਮਹਿਰਾ ਹੈ, ਭਾਵੇਂ ਉਹ ਦੁੱਧ ਲੈ ਕੇ ਸਾਹਿਬਜ਼ਾਦਿਆਂ ਦੇ ਪਾਸ ਪਹੁੰਚਿਆ ਹੈ, ਮਾਤਾ ਗੁਜਰ ਕੌਰ ਦੇ ਕੋਲ ਪਹੁੰਚਿਆ ਹੈ, ਮਨ ਕਰਕੇ ਸੇਵਾ ਕੀਤੀ ਹੈ, ਮੌਤ ਤੋਂ ਡਰਿਆ ਨਹੀਂ। ਤੇ ਜੇ ਬੁੱਢਾ ਸ਼ਾਹ ਦੁੱਧ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਤੇ ਪਾਤਸ਼ਾਹ ਨੇ ਕਿਹਾ ਹਾਲੀ ਸੇਵਾ ਪਰਿਵਾਰ ਨਹੀਂ ਹੈ। ਛੇਵੇਂ ਜਾਮੇ ਦੇ ਵਿੱਚ ਆਣ ਕੇ ਉਸ ਦੁੱਧ ਨੂੰ ਛਕਿਆ ਹੈ, ਮੂੰਹੋਂ ਮੰਗ ਕੇ ਛਕਿਆ ਹੈ। ਕਹਿਣ ਤੋਂ ਭਾਵ ਕਿ ਸੇਵਾ ਜਿਹੜੀ ਹੈ ਗੁਰੂ ਦੀ ਮੱਤ ਅਨੁਸਾਰ ਕਰਨੀ ਚਾਹੀਦੀ ਹੈ। ਆਪਣੀ ਮਨ ਦੀ ਮੱਤ ਨੂੰ ਤਿਆਗ ਕੇ ਉਹ ਸੇਵਾ ਜਿਹੜੀ ਹੈ ਉਹ ਸਫਲ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਾ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਇਹੀ ਲਾਹਾ ਹੈ ਮਨੁੱਖਾ ਜਨਮ ਦਾ। ਦਿਨ ਰਹਿਣ ਚੌਹਾਂ ਪਹਿਰਾਂ ਦੇ ਵਿੱਚ ਵੀ ਪਰਮਾਤਮਾ ਨੇ ਸਾਨੂੰ ਸਮਝਾਇਆ। ਤੇ ਦਿਨ ਰਹਿਣ ਰਾਤ, ਦਿਨ ਦੇ ਸਮੇਂ ਦੇ ਵਿੱਚ ਵੀ 4 ਪਹਿਰਾਂ ਦੇ ਵਿੱਚ ਤੂੰ ਕੀ ਕਰਨਾ ਹੈ, 8 ਪਹਿਰਾਂ ਦੇ ਵਿੱਚ ਰਹਿ ਕੇ ਤੂੰ ਕੀ ਕਰਨਾ ਹੈ। ਜੇ ਦਿਨ ਦੇ 4 ਪਹਿਰ ਹੈ ਤੇ ਹੱਥ ਤੇਰਾ ਕਾਰ ਵੱਲ ਹੋਵੇ ਤੇ ਚਿੱਤ ਉਸ ਕਰਤਾਰ ਵੱਲ ਹੋਵੇ। ਨਾਮਾ ਕਹਿ ਤਰ ਲੋਚਨਾ ਮੁਕਤਾ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿ ਹੱਥ ਕੰਮ ਵੱਲ ਹੋਵੇ, ਚਿੱਤ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਵੇ, ਤਾਂ ਹੀ ਇਸ ਸੰਸਾਰ ਤੇ ਆਇਆ ਮਨੁੱਖਾ ਜੀਵਨ ਤੇਰਾ ਸਫਲਾ ਹੋ ਸਕਦਾ ਹੈ। ਆਦਿ ਯੁਗਾਦੀ ਰੱਖਦਾ ਸਚ ਨਾਮ ਕਰਤਾਰ,
ਕਿ ਜਿਹੜਾ ਜੁਗਾ ਜੁਗੰਤਾਂ ਤੋਂ ਮੁੱਢ ਕਦੀਮਾ ਤੋਂ ਆਪਣੇ ਸੇਵਕਾਂ ਦੀ ਪ੍ਰਤਿਪਾਲਨਾ ਕਰਦਾ ਆਇਆ ਹੈ, ਜਿਹੜਾ ਪਹਿਲਾਂ ਵੀ ਜੁਗਾ ਜੁਗੰਤਰਾਂ ਤੋਂ ਵੀ ਹੈ, ਹੁਣ ਵੀ ਹੈ, ਅੱਗੇ ਵੀ ਰਹੇਗਾ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਿ ਉਹ ਅਕਾਲ ਪੁਰਖ ਪਰਮਾਤਮਾ ਹੀ ਸਦਾ ਰਹਿਣ ਵਾਲਾ ਹੈ, ਬਾਕੀ ਸਭ ਕੁਝ ਬਿਨਸ ਜਾਣ ਵਾਲਾ ਹੈ। ਫਿਰ ਉਸ ਅਕਾਲ ਪੁਰਖ ਪਰਮਾਤਮਾ ਇੱਕ ਨੂੰ ਮੰਨ, ਆਪਣੀ ਬਾਹ ਉਸ ਅਕਾਲ ਪੁਰਖ ਪਰਮਾਤਮਾ ਨੂੰ ਫੜਾ ਦੇ, ਗੁਰੂ ਨੂੰ ਫੜਾ ਦੇ, ਜਿਹਨੇ ਤੈਨੂੰ ਪਾਰ ਲੰਘਾਉਣਾ ਹੈ। ਬਾਕੀ ਸਭ ਕੁਝ ਤੋਂ ਬਿਨਸ ਜਾਣ ਵਾਲਾ ਹੈ। ਫਿਰ ਉਸ ਕਰਤੇ ਦੀ ਪੂਜਾ ਕਰ। ਕੀਰਤਨ ਪੂਜਾ ਜਿਹੜੀ ਹੈ ਨਾ ਕਰ। ਕੀਰਤਨ ਪੂਜਾ ਤੋਂ ਭਾਵ ਕਿ ਮਨੁੱਖ ਦੀ ਪੂਜਾ ਕਰੀ ਜਾਣੀ, ਦਰਖਤਾਂ ਦੀ ਪੂਜਾ ਕਰੀ ਜਾਣੀ, ਜਾਨਵਰਾਂ ਦੀ ਪੂਜਾ ਕਰੀ ਜਾਣੀ, ਪਹਾੜਾਂ ਦੀ ਪੂਜਾ ਕਰੀ ਜਾਣੀ। ਪਾਤਸ਼ਾਹ ਕਹਿੰਦੇ ਸਭ ਕੁਛ ਬਿਨਸ ਜਾਣ ਵਾਲਾ ਹੈ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਣੀਐ। ਕਿ ਧਨ ਦੌਲਤ ਦਾਤਾ ਸਭ ਕੁਛ ਬਿਨਸ ਜਾਣ ਵਾਲਾ ਹੈ। ਤੇਰਾ ਇਹ ਸੰਸਾਰ, ਇਹ ਸਰੀਰ ਜਿਹੜਾ ਹੈ, ਇਹ ਵੀ ਬਿਨਸ ਜਾਣ ਵਾਲਾ ਹੈ। ਸਦਾ ਰਹਿਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ। ਕੀਮਤ ਕੋਈ ਨਾ ਜਾਣੇ ਕੋ ਨਾਹੀ ਤੋਲਨਹਾਰ। ਕਿ ਨਾ ਹੀ ਉਸ ਦੀ ਕੀਮਤ ਕੋਈ ਪਾ ਸਕਦਾ ਹੈ, ਉਸ ਦਾ ਕੋਈ ਮੁੱਲ ਪਾ ਸਕਦਾ ਹੈ, ਨਾ ਹੀ ਉਸ ਨੂੰ ਕੋਈ ਤੋਲ ਸਕਦਾ ਹੈ, ਨਾ ਹੀ ਉਸ ਦਾ ਪਾਰਾਵਾਰ ਕੋਈ ਪਾ ਸਕਦਾ ਹੈ, ਪਾਰਲਾ ਬੰਨਾ ਕੋਈ ਲੱਭ ਸਕਦਾ ਹੈ। ਤੂੰ ਕਿੱਡਾ ਵੱਡਾ ਹੈ। ਹੁਣ ਆਸਾ ਜੀ ਦੀ ਵਾਰ ਦੀ ਪਾਵਨ ਬਾਣੀ ਦੀ ਖੇਲ ਦੀ ਪੌੜੀ ਆਪਾਂ ਸਰਵਣ ਕੀਤੀ ਆ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਸਾਈ ਕਾਰ ਕਮਾਵਣੀ ਤੁਰ ਛੋਡੀ ਤਨੈ ਪਾਏ, ਨਾਨਕ ਕੀ ਬਾਰੀ ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੇ ਰਜਾਏ। ਕਿੱਡਾ ਵੱਡਾ ਹੈ ਪਰਮਾਤਮਾ। ਕੋਈ ਵੀ ਪਾਰਾਵਾਰ, ਕੋਈ ਵੀ ਅੰਤ ਨਹੀਂ ਪਾ ਸਕਦਾ। ਪਾਟ ਜਨਾਂ ਨੇ ਵੀ ਬਾਣੀ ਅੰਦਰ ਸਮਝਾਇਆ, ਕਨ ਹਰ ਬੂੰਦ ਬਸੁਰ ਮਾਵਲ ਕੁਸੁਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕਉ ਗੰਗ ਤਰੰਗ ਜੰਤ ਕਉ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਵ ਜਨ ਭਲ ਉਨ੍ਹਾਂ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ। ਕਿ ਤੇਰਾ ਕੋਈ ਵੀ ਪਾਰਾਵਾਰ ਨਹੀਂ ਪਾ ਸਕਦਾ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸੁਮਾਰ। ਸਤਿਗੁਰੂ ਜੀ ਅਖੀਰ ਦੇ ਬੰਦਾ ਅੰਦਰ ਸਮਝਾਉਣਾ ਕਰਦੇ ਹੈ। ਕਹਿੰਦੇ ਕੋਈ ਵੀ ਅੰਦਾਜ਼ਾ ਤੇਰੀ ਹਸਤੀ ਦਾ ਨਹੀਂ ਲਾ ਸਕਦਾ। ਉਹ ਪ੍ਰਭੂ ਜੋ ਹਰੇਕ ਜੀਵ ਦੇ ਮਨ ਦੇ ਵਿੱਚ, ਤਨ ਦੇ ਵਿੱਚ ਮੌਜੂਦ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਨਾਨਕ ਤਿਸ ਬਲਿਹਾਰ ਨਾ ਜਲ ਥਲ ਮਈਲ ਸੋਏ। ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਤੇਰੇ ਸਰੀਰ ਦੇ ਵਿੱਚ ਵੀ ਹੈ, ਤੇਰੇ ਅੰਦਰ ਵੀ ਹੈ। ਤੇ ਭਗਤ ਜਨ ਕਹਿੰਦੇ ਨੇ, ਕਹਿੰਦੇ ਤੇਰੇ ਹੱਥ ਨਾਲੋਂ ਵੀ ਨੇੜੇ ਹੈ। ਕਹਿ ਰਵਿਦਾਸ ਹੱਥ ਪੈ ਨੇੜਾ ਹੈ। ਕਿ ਉਹ ਪਰਮਾਤਮਾ ਰੱਬ ਤੇ ਤੇਰੇ ਹੱਥ ਨਾਲੋਂ ਵੀ ਨੇੜੇ ਹੈ, ਪਰ ਤੇਰੀ ਵੇਖਣ ਵਾਲੀ ਦ੍ਰਿਸ਼ਟੀ ਕੁਝ ਹੋਰ ਹੈ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇਂਗਾ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਵੇਂਗਾ, ਤੇ ਫਿਰ ਤੈਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਪਰਮਾਤਮਾ ਮੇਰੇ ਹੱਥ ਦੇ ਨਾਲੋਂ ਵੀ ਨੇੜੇ ਹੈ। ਹਰੇਕ ਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ, ਕਿਤੇ ਦੂਰ ਨਹੀਂ ਹੈ। ਜਹ ਜਹ ਵੇਖੋ ਤੈ ਹਜੂਰ, ਦੂਰ ਕਤਹੂ ਨਾ ਜਾਈ। ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਕਿ ਮਨ ਕਰਕੇ ਉਸ ਪਰਮਾਤਮਾ ਨੂੰ ਧਿਆ, ਕਿ ਉਹ ਪਰਮਾਤਮਾ ਕਿਤੇ ਦੂਰ ਨਹੀਂ ਹੈ। ਦਿਨ ਰਹਿਣ ਜੇ ਪ੍ਰਭ ਕੋ ਸੇਵੰਦੇ, ਤਿਨ ਕੈ ਸਦ ਬਲਿਹਾਰ। ਦਿਨ ਰਹਿਣ ਜੇ ਪ੍ਰਭ ਕੋ ਸੇਵਦੇ, ਤਿਨ ਕੈ ਸਦ ਬਲਿਹਾਰ। ਕਹਿੰਦੇ ਮੈਂ ਉਹਨਾਂ ਗੁਰਮੁਖ ਜਨਾਂ ਤੋਂ ਬਲਿਹਾਰ ਨੇ ਜਾਣਾ ਹੈ, ਵਾਰ ਨੇ ਜਾਣਾ ਹੈ। ਕਿ ਜਿਹੜੇ ਸਦਾ ਹੀ ਸਵਾਸ ਸਵਾਸ ਤੇਰਾ ਨਾਮ ਜਪਦੇ ਆ, ਸਦਾ ਹੀ ਸਵਾਸ ਸਵਾਸ ਤੇਰਾ ਸਿਮਰਨ ਕਰਦੇ ਆ, ਭਗਤੀ ਕਰਦੇ ਆ, ਅੰਮ੍ਰਿਤ ਵੇਲੇ ਨੂੰ ਸਾਂਭਦੇ ਆ। ਸਭ ਤੋਂ ਵੱਡੀ ਦਾਤ ਜਿਹੜੀ ਅੰਮ੍ਰਿਤ ਵੇਲੇ ਦੀ ਹੈ। ਅੰਮ੍ਰਿਤ ਵੇਲੇ ਆ ਕੇ ਗੁਰੂ ਕੀ ਸਾਥ ਸੰਗਤ ਕਰਦੇ ਆ, ਤੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇ ਭਗਤ ਜੀ ਦੇ ਪਾਵਨ ਵਚਨ ਜਦੋਂ ਅਸੀਂ ਪੜ੍ਹਦੇ ਹਾਂ, ਭਗਤ ਜਨ ਬਾਣੀ ਅੰਦਰ ਉਹਨਾਂ ਨੇ ਸਮਝਾਇਆ। ਕਹਿੰਦੇ ਇਸ ਸੰਸਾਰ ਦੇ ਵਿੱਚ ਰਹਿ ਕੇ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਜਪ। ਉਹ ਭਗਤ ਜਨ ਜਿਹੜੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦੇ, ਸਿਮਰਨ ਕਰਦੇ, ਮੈਂ ਸਦਾ ਹੀ ਉਹਨਾਂ ਤੋਂ ਵਾਰ ਨੇ ਜਾਣਾ ਹੈ, ਬਲਿਹਾਰ ਨੇ ਜਾਣਾ ਹੈ। ਗੁਰੂ ਦੇ ਚਰਨਾਂ ਦੇ ਚਾੜ ਕੇ ਉਹ ਨਿਤਾ ਪ੍ਰਤੀ ਇੱਕ ਹੀ ਅਰਦਾਸ ਕਰਦੇ ਆ, ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਸਤਿਗੁਰ ਕਿਰਪਾ ਕਰਨ।
ਪਾਵਨ ਬਾਣੀ ਦੀ ਵਿਚਾਰ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗੁਰੂ ਸਾਹਿਬ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਾਓ ਸੀਸ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।